हाँ जी, स्वागत है जी तुहाडा सारिਆਂ ਦਾ ਸਾਡੇ YouTube चैनल एग्जाम स्टडी विद जॉब अलर्ट ਤੇ। सो पंजाब हिस्टरी जीके अगले नवे MCQ प्रश्न उत्तर अगला नवा भाग लेके आए हैं। सो चैनल ਨੂੰ सबसक्राइब ਤੇ ਬੈਲ ਆਈਕਨ ਆਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਤੁਹਾਨੂੰ ਹਰ ਇੱਕ ਅਪਡੇਟ ਸਮੇਂ ਸਿਰ ਮਿਲਦੀ ਰਹੇ। ਜਿਨ੍ਹਾਂ ਨੇ ਹਾਲੇ ਤੱਕ ਪਹਿਲਾਂ ਵਾਲੇ ਭਾਗ ਰੀਡ ਨਹੀਂ ਕੀਤੇ ਤਾਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਹੈ ਜਿਹੜੇ ਮਿਲ ਜਾਣਗੇ, ਉਸ ਤੇ ਜਾ ਕੇ ਪਹਿਲਾਂ ਵਾਲੇ ਪ੍ਰਸ਼ਨ ਹੈ ਤੁਸੀਂ ਜ਼ਰੂਰ ਰੀਡ ਕਰ ਲਿਓ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ ਨਵੇਂ MCQ ਪ੍ਰਸ਼ਨ ਉੱਤਰ। ਤਾਂ ਪ੍ਰਸ਼ਨ ਨੰਬਰ 36 ਤੋਂ ਸਟਾਰਟ ਕਰਾਂਗੇ। ਗੁਰੂ ਰਾਮਦਾਸ ਜੀ ਨਾਲ ਸੰਬੰਧਿਤ ਜੋ ਵੀ ਕੁਐਸਚਨ ਬਣਦੇ ਨੇ ਉਹ ਸਟਾਰਟ ਕਰੇ ਹੋਏ ਨੇ। ਸੋ ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖੀ ਜੀਵਨ ਦਾ ਅੰਤਮ ਉਦੇਸ਼ ਹੈ ਜਿਹੜਾ ਉਹ ਕੀ ਹੋਣਾ ਚਾਹੀਦਾ ਹੈ। ਸੋ ਇੱਥੇ ਗੁਰੂ ਰਾਮਦਾਸ ਜੀ ਹੈ। ਸੋ ਪਹਿਲਾ ਵਾਲਾ ਕੁਐਸਚਨ ਛੱਡ ਦਿਓ ਕਿਉਂਕਿ ਉਹ ਪੁਰਾਣੇ ਕੁਐਸਚਨ ਜੋ ਟਾਈਪ ਕੀਤੇ ਹੋਏ ਸੀ ਤਾਂ ਗਲਤੀ ਨਾਲ 36 ਨੰਬਰ ਕੁਐਸਚਨ ਜਿਹੜਾ ਉਹ ਓਪਨ ਹੋ ਗਿਆ ਸੀ। ਸੋ ਇਹ 36 ਨੰਬਰ ਕੁਐਸਚਨ ਹੈ ਗੁਰੂ ਰਾਮਦਾਸ ਜੀ ਨਾਲ ਸੰਬੰਧਿਤ ਕੁਐਸਚਨ ਤੁਹਾਨੂੰ ਕਰਵਾ ਰਹੇ ਹਾਂਗੇ। ਸੋ ਪ੍ਰਸ਼ਨ ਨੰਬਰ 36 ਤੋਂ ਸਟਾਰਟ ਕਰਾਂਗੇ। ਗੁਰੂ ਰਾਮਦਾਸ ਜੀ ਨੇ ਆਪਣਾ ਉੱਤਰਾਧਿਕਾਰੀ ਹੈ ਜਿਹੜਾ ਅਗਲਾ ਉਹ ਕਿਸ ਨੂੰ ਨਿਯੁਕਤ ਕੀਤਾ ਸੀ? ਗੁਰੂ ਅਮਰਦਾਸ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਜੀ ਜਾਂ ਫਿਰ ਗੁਰੂ ਹਰਰਾਏ ਜੀ। ਤਾਂ ਅਗਲਾ ਉੱਤਰਾਧਿਕਾਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਕੀਤਾ ਸੀਗਾ ਜੋ ਅਗਲੇ ਗੁਰੂ ਬਣੇ ਸੀਗੇ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸਿੱਖਾਂ ਦਾ ਮੱਕਾ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਇੱਥੇ ਮੌਕਾ ਨਹੀਂ ਹੈ, ਅੱਧਕ ਹੈ ਕਿਉਂਕਿ ਫੌਂਟ ਪ੍ਰੋਬਲਮ ਹੋ ਜਾਂਦੀ ਹੈ। ਸਿੱਖਾਂ ਦਾ ਮੱਕਾ ਕਿਸ ਨੂੰ ਕਿਹਾ ਜਾਂਦਾ ਹੈ? ਖਡੂਰ ਸਾਹਿਬ, ਅੰਮ੍ਰਿਤਸਰ, ਗੋਇੰਦਵਾਲ ਜਾਂ ਫਿਰ ਹਰਿਮੰਦਰ ਸਾਹਿਬ। ਤਾਂ ਸਿੱਖਾਂ ਦਾ ਮੱਕਾ ਜਿਹੜਾ ਅੰਮ੍ਰਿਤਸਰ ਨੂੰ ਕਿਹਾ ਜਾਂਦਾ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਅੰਮ੍ਰਿਤਸਰ ਨਾਮਕ ਸਰੋਵਰ ਦੀ ਖੁਦਾਈ ਦਾ ਕੰਮ ਕਿਸ ਵਿਅਕਤੀ ਦੀ ਦੇਖ ਰੇਖ ਹੇਠਦੇ ਹੋਇਆ ਸੀ? ਫਕੀਰ ਮੀਆਂ ਮੀਰ ਜੀ, ਭਾਈ ਗੁਰਦਾਸ ਭੱਲਾ ਜੀ, ਬਾਬਾ ਬੁੱਢਾ ਜੀ ਜਾਂ ਫਿਰ ਕਨਿੰਗਮ। ਤਾਂ ਇਹਦਾ ਰਾਈਟ ਆਨਸਰ ਆਏਗਾ ਜੀ ਆਪਸ਼ਨ ਈਡੀ ਬਾਬਾ ਬੁੱਢਾ ਜੀ। ਜੋ ਅੰਮ੍ਰਿਤਸਰ ਦੇ ਵਿੱਚ ਸਰੋਵਰ ਦੀ ਖੁਦਾਈ ਸੀ ਤਾਂ ਇਹਨਾਂ ਦਾ ਕੰਮ ਸੀ ਜਿਹੜਾ ਬਾਬਾ ਬੁੱਢਾ ਜੀ ਦੀ ਦੇਖ ਰੇਖ ਹੇਠਾਂ ਹੋਇਆ ਸੀਗਾ। ਅਗਲਾ ਪ੍ਰਸ਼ਨ ਹੈ ਗੁਰੂ ਕੀ ਨਗਰੀ ਕਿਹੜੇ ਨਗਰ ਨੂੰ ਕਿਹਾ ਜਾਂਦਾ ਹੈ? ਖਡੂਰ ਸਾਹਿਬ, ਗੋਇੰਦਵਾਲ, ਅੰਮ੍ਰਿਤਸਰ ਜਾਂ ਫਿਰ ਕਰਤਾਰਪੁਰ ਜੋ ਪਾਕਿਸਤਾਨ ਦੇ ਵਿੱਚ ਹੈ। ਤਾਂ ਗੁਰੂ ਕੀ ਨਗਰੀ ਹੈ ਜਿਹੜਾ ਅੰਮ੍ਰਿਤਸਰ ਨਗਰ ਨੂੰ ਕਿਹਾ ਜਾਂਦਾ ਹੈ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸਿੱਖ ਪੰਥ ਵਿੱਚ ਧਾਰਮਿਕ ਗਤੀਵਿਧੀਆਂ ਦਾ ਮੁੱਖ ਕੇਂਦਰ ਕਿਹੜਾ ਨਗਰ ਰਿਹਾ ਹੈ? ਖਡੂਰ ਸਾਹਿਬ, ਗੋਇੰਦਵਾਲ, ਅੰਮ੍ਰਿਤਸਰ ਜਾਂ ਫਿਰ ਕਰਤਾਰਪੁਰ। ਤਾਂ ਸਿੱਖ ਪੰਥ ਦੇ ਵਿੱਚ ਧਾਰਮਿਕ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਹੈ ਜਿਹੜਾ ਉਹ ਵੀ ਅੰਮ੍ਰਿਤਸਰ ਹੀ ਰਿਹਾ ਹੈ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਸੋ ਗੁਰੂ ਕੀ ਨਗਰੀ ਹੈ ਜਿਹੜਾ ਉਹ ਵੀ ਅੰਮ੍ਰਿਤਸਰ ਨੂੰ ਕਿਹਾ ਜਾਂਦਾ ਹੈ। ਸਿੱਖ ਪੰਥ ਦੇ ਵਿੱਚ ਧਾਰਮਿਕ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਹੈ ਜਿਹੜਾ ਉਹ ਵੀ ਅੰਮ੍ਰਿਤਸਰ ਰਿਹਾ ਹੈ। ਸਿੱਖਾਂ ਦਾ ਮੱਕਾ ਉਹ ਵੀ ਹੈ ਜਿਹੜਾ ਅੰਮ੍ਰਿਤਸਰ ਨੂੰ ਕਿਹਾ ਜਾਂਦਾ ਹੈ। ਸੋ ਇਹ ਕੁਐਸਚਨ ਜ਼ਰੂਰ ਯਾਦ ਰੱਖਿਓ। ਅਗਲਾ ਪ੍ਰਸ਼ਨ ਹੈ ਸਿੱਖਾਂ ਦੀ ਧਾਰਮਿਕ ਰਾਜਨੀਤੀ ਦਾ ਮਾਣ ਕਿਹੜੇ ਸ਼ਹਿਰ ਨੂੰ ਪ੍ਰਾਪਤ ਹੈ? ਤਾਂ ETT ਦਾ ਐਗਜ਼ਾਮ ਹੋਇਆ ਸੀ 1997 ਦੇ ਵਿੱਚ, ਉਦੋਂ ਇਹ ਕੁਐਸਚਨ ਪੁੱਛਿਆ ਗਿਆ ਸੀ। ਤਾਂ ਇਹ ਪ੍ਰਾਪਤ ਹੈ ਜੀ ਅੰਮ੍ਰਿਤਸਰ ਨੂੰ। ਤਾਂ ਇਹਦਾ ਵੀ ਰਾਈਟ ਆਨਸਰ ਅੰਮ੍ਰਿਤਸਰ ਹੀ ਆਏਗਾ, ਸਿੱਖਾਂ ਦੀ ਧਾਰਮਿਕ ਰਾਜਧਾਨੀ। ਅਗਲਾ ਪ੍ਰਸ਼ਨ ਹੈ ਆਦਿ ਗ੍ਰੰਥ ਵਿੱਚ ਗੁਰੂ ਰਾਮਦਾਸ ਜੀ ਦੇ ਕਿੰਨੇ ਸ਼ਬਦ ਹੈ ਜਿਹੜੇ ਉਹ ਸ਼ਾਮਿਲ ਕੀਤੇ ਗਏ ਨੇ? 62, 679, 907 ਜਾਂ ਫਿਰ 116। ਤਾਂ ਇਹ ਸ਼ਬਦ ਨੇ ਜੀ 679। ਆਪਸ਼ਨ ਆੜਾ ਆਦਿ ਗ੍ਰੰਥ ਦੇ ਵਿੱਚ ਗੁਰੂ ਰਾਮਦਾਸ ਜੀ ਦੇ 679 ਸ਼ਬਦ ਨੇ ਜਿਹੜੇ ਉਹ ਸ਼ਾਮਿਲ ਕੀਤੇ ਗਏ ਨੇ। ਅਗਲਾ ਪ੍ਰਸ਼ਨ ਹੈ ਗੁਰੂ ਰਾਮਦਾਸ ਜੀ ਦੁਆਰਾ ਕੁੱਲ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ਗਈ ਸੀ ਜਾਂ ਕੀਤੀ ਗਈ ਹੈ? ਤਾਂ ਇਹ ਵੀ ਕੀਤੀ ਗਈ ਹੈ ਜੀ 679 ਦੀ। ਸੋ ਸਾਰੇ ਸ਼ਬਦ ਨੇ ਜਿਹੜੇ ਆਦਿ ਗ੍ਰੰਥ ਦੇ ਵਿੱਚ ਸ਼ਾਮਿਲ ਨੇ। ਅਗਲਾ ਪ੍ਰਸ਼ਨ ਹੈ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ? 1577, 1588, 1586 ਜਾਂ ਫਿਰ 1587। ਤਾਂ ਆਦਿ ਸ਼੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਸਥਾਪਨਾ ਹੈ ਉਹ 1588 ਈਸਵੀ ਦੇ ਵਿੱਚ ਕੀਤੀ ਗਈ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਆਦਿ ਗ੍ਰੰਥ ਦਾ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਦੋਂ ਕੀਤਾ ਗਿਆ ਸੀ?
1602 1603 1604 ਜਾਂ ਫਿਰ 1605 ਈਸਵੀ ਦੇ ਵਿੱਚ। ਤਾਂ ਇਹ ਕੀਤਾ ਗਿਆ ਸੀਗਾ ਜੀ 1604 ਈਸਵੀ ਦੇ ਵਿੱਚ। ਆਦਿ ਗ੍ਰੰਥ ਦਾ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਹੈ ਜਿਹੜਾ ਉਹ ਕੀਤਾ ਗਿਆ ਸੀ। ਅਗਲਾ ਪ੍ਰਸ਼ਨ ਹੈ, ਹਰਿਮੰਦਰ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ? ਰੱਬ ਦਾ ਕੀਰਤਨ, ਰੱਬ ਦਾ ਮੰਦਰ ਜਾਂ ਰੱਬ ਦਾ ਗੁਰਦੁਆਰਾ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਹਦਾ ਜਿਹੜਾ ਅਰਥ ਬਣਦਾ ਹੈ ਆਪਸ਼ਨ ਆੜਾ ਰੱਬ ਦਾ ਮੰਦਰ। ਹਰਿਮੰਦਰ ਸ਼ਬਦ ਦਾ ਜਿਹੜਾ ਸ਼ਾਬਦਿਕ ਅਰਥ ਹੈ ਉਹ ਰੱਬ ਦਾ ਮੰਦਰ ਬਣਦਾ ਹੈ। ਅਗਲਾ ਪ੍ਰਸ਼ਨ ਹੈ, ਆਦਿ ਗ੍ਰੰਥ ਨੂੰ ਗੁਰੂ ਦਾ ਦਰਜਾ ਕਿਸ ਨੇ ਦਿੱਤਾ ਸੀ? ਬਾਬਾ ਬੁੱਢਾ ਜੀ, ਫਕੀਰ ਮੀਆਂ ਮੀਰ ਜੀ, ਗੁਰੂ ਅਰਜਨ ਦੇਵ ਜੀ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ। ਤਾਂ ਆਦਿ ਗ੍ਰੰਥ ਨੂੰ ਗੁਰੂ ਦਾ ਦਰਜਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅੱਗੇ ਵਾਲਾ ਸਮਾਂ ਜਿਹੜਾ ਬਹੁਤ ਮਾੜਾ ਆਏਗਾ। ਇਸ ਕਰਕੇ ਆਦਿ ਗ੍ਰੰਥ ਸਾਹਿਬ ਨੂੰ ਵੀ ਉਹਨਾਂ ਨੇ ਸਿੱਖਾਂ ਦਾ ਅਗਲੇ ਗੁਰੂ ਦਾ ਜਿਹੜਾ ਦਰਜਾ ਦਿੱਤਾ ਸੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਆਖਰੀ ਗੁਰੂ ਹੋਏ ਸੀਗੇ। ਅਗਲਾ ਪ੍ਰਸ਼ਨ ਹੈ, ਆਦਿ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਕਦੋਂ ਕਹਾਉਣ ਲੱਗੇ ਸੀਗੇ? 1716 1708 1709 ਜਾਂ ਫਿਰ 1604 ਦੇ ਵਿੱਚ। ਤਾਂ ਆਦਿ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਸੀ ਜਿਹੜੇ 1708 ਦੇ ਈਸਵੀ ਦੇ ਵਿੱਚ ਕਹਾਉਣ ਲੱਗੇ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਆਦਿ ਗ੍ਰੰਥ ਨੂੰ ਲਿਖਣ ਦੇ ਵਿੱਚ ਕਿੰਨਾ ਸਮਾਂ ਲੱਗਿਆ ਸੀ? 2 ਸਾਲ, 3 ਸਾਲ, 4 ਸਾਲ ਜਾਂ ਫਿਰ 1 ਸਾਲ। ਤਾਂ ਆਦਿ ਗ੍ਰੰਥ ਸਾਹਿਬ ਨੂੰ ਲਿਖਣ ਦੇ ਵਿੱਚ ਜਿਹੜਾ ਲਗਭਗ ਹੈ 1 ਸਾਲ ਲੱਗਿਆ ਸੀ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਸੋ ਇਹ ਕੁਐਸਚਨ ਦੇ ਫੌਂਟ ਜਿਹੜੇ ਡਿਲੀਟ ਹੋ ਗਏ ਨੇ 50 ਨੰਬਰ ਕੁਐਸਚਨ ਦੇ 51 ਨੰਬਰ ਕਰਾਂਗੇ। ਅਗਲਾ ਪ੍ਰਸ਼ਨ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ 'ਤੇ ਕਦੋਂ ਬਿਠਾਇਆ ਗਿਆ ਸੀ? 1604 1699 1707 ਜਾਂ ਫਿਰ 1708 ਈਸਵੀ ਦੇ ਵਿੱਚ। ਤਾਂ ਇਹ ਟਾਈਮਿੰਗ ਸੀ ਜੀ 1708 ਈਸਵੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ 'ਤੇ ਜਿਹੜਾ ਬਿਠਾਇਆ ਗਿਆ ਸੀ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਮੋਸਟ ਇੰਪੋਰਟੈਂਟ ਹੈ, ਆਦਿ ਗ੍ਰੰਥ ਕਿਹੜੀ ਲਿਪੀ ਦੇ ਵਿੱਚ ਲਿਖਿਆ ਗਿਆ? ਦੇਵਨਾਗਰੀ, ਰੋਮਨ, ਗੁਰਮੁਖੀ ਜਾਂ ਫਿਰ ਉਪਰੋਕਤ ਸਾਰੇ। ਤਾਂ ਆਦਿ ਗ੍ਰੰਥ ਸਾਹਿਬ ਹੈ ਜਿਹੜਾ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ ਗਿਆ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਆਦਿ ਗ੍ਰੰਥ ਨੂੰ ਕਿਸ ਵਿਅਕਤੀ ਨੇ ਲਿਖਿਆ ਸੀ? ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ, ਭਾਈ ਗੁਰਦਾਸ ਭੱਲਾ ਜੀ ਜਾਂ ਫਿਰ ਬਾਬਾ ਬੁੱਢਾ ਜੀ। ਤਾਂ ਆਦਿ ਗ੍ਰੰਥ ਨੂੰ ਲਿਖਣ ਵਾਲੇ ਵਿਅਕਤੀ ਸੀ ਜਿਹੜੇ ਉਹ ਭਾਈ ਗੁਰਦਾਸ ਭੱਲਾ ਸੀ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸਿੱਖਾਂ ਦੀ ਬਾਈਬਲ ਕਿਹੜੀ ਰਚਨਾ ਨੂੰ ਕਿਹਾ ਜਾਂਦਾ ਹੈ? ਦਸਮ ਗ੍ਰੰਥ, ਜਪਜੀ ਸਾਹਿਬ, ਗੁਰੂ ਸੋਭਾ ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ। ਤਾਂ ਸਿੱਖਾਂ ਦੀ ਬਾਈਬਲ ਹੈ ਜਿਹੜੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਆਦਿ ਗ੍ਰੰਥ ਦੀ ਮੁੱਖ ਭਾਸ਼ਾ ਕਿਹੜੀ ਹੈ? ਸਿੰਧੀ, ਮੁਲਤਾਨੀ, ਪੰਜਾਬੀ ਜਾਂ ਫਿਰ ਫਾਰਸੀ। ਤਾਂ ਆਦਿ ਗ੍ਰੰਥ ਦੀ ਮੁੱਖ ਭਾਸ਼ਾ ਜਿਹੜੀ ਲੈਂਗੁਏਜ ਹੈ ਉਹ ਪੰਜਾਬੀ ਹੈ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਆਦਿ ਗ੍ਰੰਥ ਵਿੱਚ ਕਿਹੜੀ ਭਾਸ਼ਾ ਦੇ ਸ਼ਬਦਾਂ ਦਾ ਪ੍ਰਯੋਗ ਨਹੀਂ ਕੀਤਾ ਗਿਆ? ਅਰਬੀ, ਫਾਰਸੀ, ਸੰਸਕ੍ਰਿਤ ਜਾਂ ਫਿਰ ਮਰਾਠੀ। ਤਾਂ ਇਹ ਸ਼ਬਦ ਨੇ ਜੀ ਭਾਸ਼ਾ ਦੇ ਉਹ ਅਰਬੀ, ਆਪਸ਼ਨ ਊੜਾ, ਜਿਨ੍ਹਾਂ ਦਾ ਆਦਿ ਗ੍ਰੰਥ ਦੇ ਵਿੱਚ ਪ੍ਰਯੋਗ ਨਹੀਂ ਕੀਤਾ ਗਿਆ। ਅਗਲਾ ਪ੍ਰਸ਼ਨ ਹੈ, ਸਿੱਖ ਪੰਥ ਵਿੱਚ ਕਿਹੜੇ ਸਿੱਖ ਗੁਰੂ ਨੇ ਵਿਧਵਾ ਵਿਆਹ ਦੀ ਆਗਿਆ ਦਿੱਤੀ? ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ ਜਾਂ ਫਿਰ ਗੁਰੂ ਤੇਗ ਬਹਾਦਰ ਜੀ। ਤਾਂ ਇਹ ਆਗਿਆ ਦਿੱਤੀ ਸੀ ਜੀ ਗੁਰੂ ਅਮਰਦਾਸ ਜੀ ਨੇ। ਸਿੱਖ ਪੰਥ ਦੇ ਵਿੱਚ ਗੁਰੂ ਅਮਰਦਾਸ ਜੀ ਗੁਰੂ ਹੋਏ ਨੇ ਜਿਨ੍ਹਾਂ ਨੇ ਵਿਧਵਾ ਵਿਆਹ ਦੀ ਆਗਿਆ ਦਿੱਤੀ ਸੀ। ਅਗਲਾ ਪ੍ਰਸ਼ਨ ਹੈ, ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਨੇ ਰੱਖੀ? ਮੋਸਟ ਇੰਪੋਰਟੈਂਟ ਕੁਐਸਚਨ ਹੈ। ਲਗਭਗ ਪੰਜਾਬ ਲੈਵਲ ਦਾ ਜਿਹੜਾ ਵੀ ਤੁਸੀਂ ਐਗਜ਼ਾਮ ਦੇਣ ਜਾਓਗੇ ਤਾਂ ਇਹ ਕੁਐਸਚਨ ਆਉਂਦਾ ਹੀ ਆਉਂਦਾ ਹੈ। ਬਾਬਾ ਬੁੱਢਾ ਜੀ, ਫਕੀਰ ਮੀਆਂ ਮੀਰ,
ਗੁਰੂ ਅਰਜਨ ਦੇਵ ਜੀ ਜਾਂ ਫਿਰ ਭਾਈ ਗੁਰਦਾਸ ਭੱਲਾ ਜੀ। ਤਾਂ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸੀ ਜਿਹੜੀ ਫ਼ਕੀਰ ਮੀਆਂ ਮੀਰ ਜੀ ਨੇ ਰੱਖੀ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸ਼੍ਰੀ ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਕੌਣ ਸੀ। ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ। ਬਾਬਾ ਬੁੱਢਾ ਜੀ, ਮੀਆਂ ਮੀਰ ਜੀ, ਗੁਰੂ ਅਰਜਨ ਦੇਵ ਜੀ ਜਾਂ ਫਿਰ ਭਾਈ ਗੁਰਦਾਸ ਭੱਲਾ ਜੀ। ਤਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਸੀ ਜਿਹੜੇ ਬਾਬਾ ਬੁੱਢਾ ਜੀ ਸੀਗੇ। ਫ਼ਕੀਰ ਮੀਆਂ ਮੀਰ ਜੀ ਸੀਗੇ ਜੀ, ਇਹਨਾਂ ਨੇ ਨੀਂਹ ਰੱਖੀ ਸੀ। ਅਗਲਾ ਪ੍ਰਸ਼ਨ ਹੈ ਸ਼੍ਰੀ ਹਰਿਮੰਦਰ ਸਾਹਿਬ ਦੀ ਮੁੱਖ ਵਿਸ਼ੇਸ਼ਤਾ ਕੀ ਹੈ। ਚਾਰੋਂ ਦਿਸ਼ਾਵਾਂ ਦੇ ਵਿੱਚ 4 ਦਰਵਾਜ਼ੇ ਨੇ, ਸੋਨੇ ਦਾ ਪੱਤਰ ਚੜ੍ਹਾਏ ਜਾਣਾ, ਹਰ ਵਰਗ ਦਾ ਪ੍ਰਵੇਸ਼ ਜਾਂ ਫਿਰ ਬਾਕੀ ਇਮਾਰਤਾਂ ਨਾਲੋਂ ਨੀਵਾਂ ਹੋਣਾ। ਤਾਂ ਸ਼੍ਰੀ ਹਰਿਮੰਦਰ ਸਾਹਿਬ ਦੀ ਮੁੱਖ ਵਿਸ਼ੇਸ਼ਤਾ ਹੈ ਚਾਰੋਂ ਦਿਸ਼ਾਵਾਂ ਦੇ ਵਿੱਚ 4 ਦਰਵਾਜ਼ੇ ਨੇ। ਆਪਸ਼ਨ ਸੱਸਾ ਵੀ ਕਿਤੋਂ ਵੀ ਕੋਈ ਵੀ ਹਰਿਮੰਦਰ ਸਾਹਿਬ ਦੇ ਵਿੱਚ ਆ ਸਕਦਾ ਹੈ, ਸਾਰਿਆਂ ਨੂੰ ਬਰਾਬਰ ਦਰਜਾ ਦਿੱਤਾ ਜਾਂਦਾ ਹੈ, ਕਿਸੇ ਨਾਲ ਜਾਤੀ ਭੇਦਭਾਵ ਨਹੀਂ ਕੀਤਾ ਜਾਂਦਾ ਹੈ। ਸੋ ਇਸ ਦਾ ਇਹ ਅਰਥ ਹੁੰਦਾ ਹੈ। ਅਗਲਾ ਪ੍ਰਸ਼ਨ ਹੈ ਸੂਫੀ ਫ਼ਕੀਰ ਮੀਆਂ ਮੀਰ ਕਿੱਥੋਂ ਦੇ ਰਹਿਣ ਵਾਲੇ ਸਨ। ਸਰਹੰਦ, ਕਾਬੁਲ, ਲਾਹੌਰ ਜਾਂ ਫਿਰ ਪੇਸ਼ਾਵਰ ਦੇ। ਤਾਂ ਇਹ ਰਹਿਣ ਵਾਲੇ ਸੀਗੇ ਜੀ ਲਾਹੌਰ ਦੇ। ਆਪਸ਼ਨ ਈਡੀ। ਅਗਲਾ ਪ੍ਰਸ਼ਨ ਹੈ ਆਦਿ ਗ੍ਰੰਥ ਨੂੰ ਮੁੱਖ ਰੂਪ ਦੇ ਵਿੱਚ ਕਿੰਨੇ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। 1, 2, 3 ਜਾਂ ਫਿਰ 4 ਦੇ ਵਿੱਚ। ਤਾਂ ਆਦਿ ਗ੍ਰੰਥ ਨੂੰ ਆ ਜਿਹੜਾ ਮੁੱਖ ਰੂਪ ਦੇ ਵਿੱਚ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਆਦਿ ਗ੍ਰੰਥ ਦੇ ਲਿਖਾਰੀ ਭਾਈ ਗੁਰਦਾਸ ਭੱਲਾ ਜੀ ਦਾ ਗੁਰੂ ਅਮਰਦਾਸ ਜੀ ਨਾਲ ਕੀ ਸੰਬੰਧ ਸੀਗਾ। ਚਾਚਾ ਭਤੀਜਾ ਸੀ, ਪਿਤਾ ਪੁੱਤਰ ਸੀ, ਗੁਰੂ ਚੇਲਾ ਸੀ ਜਾਂ ਫਿਰ ਮਾਮਾ ਭਾਣਜਾ ਸੀ। ਤਾਂ ਇਹਨਾਂ ਦਾ ਸੰਬੰਧ ਚਾਚਾ ਭਤੀਜਾ ਦਾ ਸੀਗਾ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਭਾਈ ਗੁਰਦਾਸ ਭੱਲਾ ਜੀ ਕਿੱਥੋਂ ਦੇ ਰਹਿਣ ਵਾਲੇ ਸਨ। ਖਡੂਰ ਸਾਹਿਬ, ਕਰਤਾਰਪੁਰ, ਗੋਇੰਦਵਾਲ ਜਾਂ ਫਿਰ ਸਿਆਲਕੋਟ ਦੇ। ਤਾਂ ਭਾਈ ਗੁਰਦਾਸ ਭੱਲਾ ਸੀ ਜਿਹੜੇ ਗੋਇੰਦਵਾਲ ਦੇ ਰਹਿਣ ਵਾਲੇ ਸਨ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਭਾਈ ਗੁਰਦਾਸ ਭੱਲਾ ਜੀ ਦੁਆਰਾ ਕੁੱਲ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ਗਈ ਸੀ। 31, 39, 16 ਜਾਂ ਫਿਰ 27। ਤਾਂ ਇਹ ਕੀਤੀ ਗਈ ਸੀ ਜੀ 39 ਵਾਰਾਂ ਦੀ ਰਚਨਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਭਾਈ ਗੁਰਦਾਸ ਜੀ ਕਿਹੜੇ ਗੁਰੂ ਦੇ ਸਮਕਾਲੀ ਸਨ। ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਜੀ ਦੇ, ਗੁਰੂ ਅਰਜਨ ਦੇਵ ਜੀ ਦੇ, ਗੁਰੂ ਹਰਗੋਬਿੰਦ ਜੀ ਦੇ ਜਾਂ ਫਿਰ ਉਪਰੋਕਤ ਸਾਰੇ। ਤਾਂ ਭਾਈ ਗੁਰਦਾਸ ਸੀ ਜਿਹੜੇ ਉਪਰੋਕਤ ਸਾਰੇ ਗੁਰੂਆਂ ਦੇ ਸਮਕਾਲੀ ਹੋਏ ਨੇ, ਜਿਹਦੇ ਵਿੱਚ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਵੀ ਨੇ, ਗੁਰੂ ਅਰਜਨ ਦੇਵ ਜੀ ਨੇ ਅਤੇ ਗੁਰੂ ਹਰਗੋਬਿੰਦ ਜੀ ਨੇ। ਸੋ ਆਪਸ਼ਨ ਦਾ ਤੁਸੀਂ ਧਿਆਨ ਰੱਖਣਾ। ਹੋ ਸਕਦਾ ਆਪਸ਼ਨ ਦੇ ਵਿੱਚ ਇਹਨਾਂ ਗੁਰੂਆਂ 'ਚੋਂ ਕਿਸੇ ਇੱਕ ਦੀ ਆਪਸ਼ਨ ਪਾ ਦਿੱਤੀ ਜਾਵੇ, ਤਾਂ ਉਹ ਹਿਸਾਬ ਨਾਲ ਤੁਸੀਂ ਟਿਕ ਕਰਨਾ ਹੈ। ਅਗਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹੜੀ ਰਚਨਾ ਨੂੰ ਕਿਹਾ ਜਾਂਦਾ ਹੈ। ਭਾਈ ਗੁਰਦਾਸ ਭੱਲਾ ਦੀਆਂ ਵਾਰਾਂ ਨੂੰ, ਮਿਹਰਬਾਨ ਦੀ ਜਨਮ ਸਾਖੀ ਨੂੰ, ਸਿੱਖਾਂ ਦੀ ਭਗਤਮਾਲਾ ਨੂੰ ਜਾਂ ਫਿਰ ਭਾਈ ਸੇਵਾਦਾਸ ਦੀਆਂ ਸਾਖੀਆਂ ਨੂੰ। ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ ਜਿਹੜੀ ਭਾਈ ਗੁਰਦਾਸ ਭੱਲਾ ਜੀ ਦੀਆਂ ਵਾਰਾਂ ਨੂੰ ਕਿਹਾ ਜਾਂਦਾ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸਿੱਖ ਪੰਥ ਵਿੱਚ ਕਿਹੜੇ ਸਿੱਖ ਸ਼ਰਧਾਲੂ ਦੀ ਤੁਲਨਾ ਈਸਾਈ ਮਤ ਦੇ ਸੇਵਾਦਾਰ ਸੈਂਟ ਪਾਲ ਨਾਲ ਕੀਤੀ ਜਾਂਦੀ ਹੈ। ਤਾਂ ਇਹ ਨੇ ਜੀ ਸਿੱਖ ਸ਼ਰਧਾਲੂ ਭਾਈ ਗੁਰਦਾਸ ਜੀ। ਆਪਸ਼ਨ ਈਡੀ ਜਿਨ੍ਹਾਂ ਦੀ ਤੁਲਨਾ ਹੈ ਈਸਾਈ ਮਤ ਦੇ ਸੇਵਾਦਾਰ ਹੋਏ ਨੇ ਸੈਂਟ ਪਾਲ, ਇਹਨਾਂ ਨਾਲ ਕੀਤੀ ਜਾਂਦੀ ਹੈ ਸਿੱਖ ਪੰਥ ਦੇ ਵਿੱਚ ਭਾਈ ਗੁਰਦਾਸ ਜੀ ਦੀ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਭਾਈ ਗੁਰਦਾਸ ਭੱਲਾ ਜੀ ਦੀ ਸਿੱਖ ਧਰਮ ਨੂੰ ਮੁੱਖ ਦੇਣ ਕੀ ਸੀ। ਤਾਂ ਉਹ ਸੀ ਜੀ ਆਪਸ਼ਨ ਆੜਾ ਆਦਿ ਗ੍ਰੰਥ ਨੂੰ ਲਿਖਣਾ। ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਭਾਈ ਗੁਰਦਾਸ ਭੱਲਾ ਜੀ ਨੇ ਆਦਿ ਗ੍ਰੰਥ ਨੂੰ ਲਿਖਿਆ ਸੀਗਾ, ਲਿਖਣ ਦੀ ਸੇਵਾ ਨਿਭਾਈ ਸੀ। ਅਗਲਾ ਪ੍ਰਸ਼ਨ ਹੈ ਹਰਿਮੰਦਰ ਸਾਹਿਬ ਕੀ ਹੈ। ਕਿਲ੍ਹਾ ਹੈ, ਸਰੋਵਰ ਹੈ, ਤਖਤ ਸਾਹਿਬ ਹੈ ਜਾਂ ਫਿਰ ਗੁਰਦੁਆਰਾ। ਤਾਂ ਸ਼੍ਰੀ ਹਰਿਮੰਦਰ ਸਾਹਿਬ ਹੈ ਜਿਹੜਾ ਉਹ ਗੁਰਦੁਆਰਾ ਹੈ। ਆਪਸ਼ਨ ਸੱਸਾ
साडा राइट आंसर आएगा। अगला प्रश्न है गुरु गोलक कित्थे स्थित है? गोबिंदवाल, श्री दमदवा साहिब, श्री नंदेड़ साहिब या फिर श्री हरमंदर साहिब। तो गुरु गोलक है जिहड़ी श्री हरमंदर साहिब स्थित है। ऑप्शन सस्सा साडा राइट आंसर आएगा। अगला प्रश्न है श्री गुरु ग्रंथ साहिब के कुल किन्ने पन्ने ने? 1430, 1550, 2206 या फिर 2507। तो श्री गुरु ग्रंथ साहिब जी के कुल पन्ने ने जिहड़े 1430 ने। ऑप्शन ऊड़ा साडा राइट आंसर आएगा। अगला प्रश्न है श्री गुरु ग्रंथ साहिब विच किहड़े गुरु के शब्द सब तो ज़्यादा दर्ज ने? गुरु नानक देव जी, गुरु अर्जन देव जी, गुरु अमरदास जी या फिर गुरु तेग बहादुर जी। तो सब तो ज़्यादा शब्द जिहड़े दर्ज ने गुरु ग्रंथ साहिब जी दे विच वो गुरु अर्जन देव जी ने। ऑप्शन आड़ा साडा राइट आंसर आएगा। सब तो घੱਟ शब्द आ जिहड़े श्री गुरु ग्रंथ साहिब दे विच किहड़े गुरु दे दर्ज ने? तो सब तो घੱਟ दे पुछया जा सकता है, सब तो वध दे भी। तो सब तो घੱਟ ने श्री गुरु अंगद देव जी दे, अते सब तो ज़्यादा शब्द जिहड़े दर्ज ने वो गुरु अर्जन देव जी दे ने। सो दोनों क्वेश्चन तुसीं याद रखना। अगला प्रश्न है श्री गुरु ग्रंथ साहिब विच कुल किन्ने शब्द ने जिहड़े वो दर्ज ने? तो ये ने जी 5894। ऑप्शन सस्सा साडा राइट आंसर आएगा। सॉरी, ऑप्शन ऊड़ा। अगला प्रश्न है गोइंदवाल दियाँ पोथियां नामक संग्रह पहले 3 गुरुआं की बाणी का संकलन किसने किया सी? गुरु नानक देव जी, गुरु अर्जन देव जी, गुरु अमरदास जी या फिर गुरु तेग बहादुर जी। तो ये किया सीगा जी गुरु अमरदास जी ने। ऑप्शन ईडी साडा राइट आंसर आएगा। अगला प्रश्न है पहले 3 गुरुआं की बाणी का संग्रह गुरु अर्जन देव जी ने किस तो प्राप्त किया सी? तो यह किया जीगा जी बाबा मोहन जी तो। जो पहले 3 गुरुआं की बाणी सी तो यह जिहड़ा संग्रह सीगा तो गुरु अर्जन देव जी ने बाबा मोहन जी तो प्राप्त किया सी। अगला प्रश्न है गुरु गोबिंद सिंह जी तो बाद श्री गुरु ग्रंथ साहिब नूं सिखां दा गुरु किस रूप विच मन्निया गया सी? मोस्ट इंपोर्टेंट क्वेश्चन है। तो ये मन्निया गया सीगा जी प्रगट गुरुआं दी देह। ऑप्शन ऊड़ा आपां अरदास दे विच भी सुनते हैं, बाणी दे विच पढ़िया जाता है। तो ऑप्शन ऊड़ा साडा राइट आंसर आएगा। अगला प्रश्न है संत कबीर जी के किन्ने शब्द श्री गुरु ग्रंथ साहिब दे विच दर्ज ने? तो इत्थे पहली ऑप्शन 679, 541, 62 या फिर 95। तो ये दर्ज ने जी ऑप्शन ईडी 541। संत कबीर जी के जो शब्द ने 541 श्री गुरु ग्रंथ साहिब दे विच दर्ज ने। अगला प्रश्न है आदि ग्रंथ दे विच भगतां ते संतां दे विच सब तो ज़्यादा किस दे शब्द ने जिहड़े वो दर्ज ने? बाबा फरीद, नामदेव, कबीर जी या फिर इत्थे ऑप्शन सस्सा आएगी सूरदास जी। तो इहदा राइट आंसर है जिहड़ा आएगा वो ऑप्शन ईडी आएगा कबीर जी। भगतां ते संतां दे विचों सब तो ज़्यादा शब्द जिहड़े आदि ग्रंथ विच दर्ज ने वो कबीर जी दे ने। ऑप्शन ईडी साडा राइट आंसर आएगा। अगला प्रश्न है आदि ग्रंथ विच किहड़े समकाली भगत संत के शब्दों नूं शामिल नहीं किया गया सी? तो वो किया गया सी जी ऑप्शन आड़ा छज्जू दे। सो इन्हां दे शब्द सी जिहड़े वो शामिल नहीं किए गए सी जो इस समय समकाली भगत या संत होए सी। अगला प्रश्न है आदि ग्रंथ विच कुल किन्ने भाटां की बाणी दर्ज है? 16, 15, 5 या फिर 11 की। तो ये बाणी दर्ज है जी 11 की, 11 भाटां की। ऑप्शन सस्सा साडा राइट आंसर आएगा।
ਸੋ ਦੋਸਤੋ, ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀਗੇ। ਕੰਟੀਨਿਊ ਤੁਹਾਨੂੰ ਜੋ ਵੀ ਦਿਨ ਬੱਚੇ ਨੇ ਇਹ ਮੋਸਟ ਇੰਪੋਰਟੈਂਟ ਕੁਐਸਚਨ ਨੇ ਪ੍ਰੋਵਾਈਡ ਕਰਦੇ ਰਹਾਂਗੇ। ਪਹਿਲਾਂ ਵਾਲੇ ਭਾਗ ਪਲੇਲਿਸਟ ਵਿੱਚ ਜਾ ਕੇ ਜ਼ਰੂਰ ਰੀਡ ਕਰ ਲਿਓ, ਕਿਉਂਕਿ ਮੋਸਟ ਇੰਪੋਰਟੈਂਟ ਕੁਐਸਚਨ ਤੁਹਾਨੂੰ ਕਰਵਾਏ ਗਏ ਨੇ। ਬਾਕੀ ਅੱਗੇ ਜੋ ਵੀ ਇਨਫੋਰਮੇਸ਼ਨ ਆਉਂਦੀ ਰਹੇਗੀ ਨਾਲ ਦੀ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਧੰਨਵਾਦ ਜੀ।